2023 ਦਾ ਜੁਲਾਈ ਸਤੰਬਰ ਦਾ ਏਕਮ ਮੈਗਜ਼ੀਨ ਦੀ ਕਹਾਣੀ ਮੈਨੂੰ ਫੋਨ ਕਰ ਦੇਵੀਂ। ਰਵਿੰਦਰ ਸਿੰਘ ਸੋਢੀ ਦੀ ਕਹਾਣੀ। ਬਾਕੀ ਦਾ ਹਿੱਸਾ। ਦੇਖ ਸ਼ੇਫਾਲੀ, ਇਹ ਵਿਆਹ ਦਾ ਜ਼ਰੂਰੀ ਪੱਖ ਹੁੰਦਾ ਹੈ। ਇਸ ਬਾਰੇ ਕੁੜੀਆਂ ਆਪਸ 'ਚ ਗੱਲਾਂ ਸਾਂਝੀਆਂ ਕਰ ਸਕਦੀਆਂ। ਹੁਣ ਮੈਂ ਕੁਝ ਹੋਰ ਗੱਲਾਂ ਜਾਣਨੀਆਂ ਚਾਹੁੰਦੀ ਹਾਂ। ਜੋ ਮਰਜ਼ੀ ਪੁੱਛ, ਮੈਂ ਕੋਸ਼ਿਸ਼ ਕਰਾਂਗੀ ਕਿ ਤੈਨੂੰ ਸਭ ਕੁਝ ਠੀਕ ਦੱਸਾਂ। ਯੂ ਆਰ ਐਨ ਇੰਟਰਸਟਿੰਗ ਗਰਲ। ਉਹ ਬਹੁਤਾ ਕੰਜੂਸ ਤਾਂ ਨਹੀਂ ਕਹਿ ਸਕਦੇ, ਪਰ ਹੱਥ ਘੁੱਟ ਕੇ ਖਰਚ ਕਰਨ ਵਾਲਾ ਹੈ। ਫਜ਼ੂਲ ਖਰਚੀ ਵੀ ਪਸੰਦ ਨਹੀਂ ਕਰਦਾ। ਬਹੁਤਾ ਸ਼ੱਕੀ ਤਾਂ ਨਹੀਂ। ਦੇਖ, ਇਹ ਸ਼ੱਕ ਦਾ ਕੀੜਾ ਤਾਂ ਹਰ ਔਰਤ ਤੇ ਮਰਦ ਦੇ ਦਿਮਾਗ 'ਚ ਘੁੰਮਦਾ ਹੀ ਰਹਿੰਦਾ ਹੈ, ਖਾਸ ਕਰ ਜਿਹੜੇ ਆਪਣੇ ਦੇਸ਼ ਦੇ ਜੰਮਪਲ ਹਨ। ਡਰਿੰਕ ਕਿੰਨੀ ਕੁ ਕਰਦਾ ਹੈ? ਹੋਰ ਕੋਈ ਡਰੱਗ ਤਾਂ ਨਹੀਂ ਲੈਂਦਾ? ਡਰਿੰਕ ਕਰਦਾ ਹੈ, ਪਰ ਲਿਮਿਟ ਵਿੱਚ। ਡਰੱਗਸ ਤੋਂ ਤਾਂ ਬਚਿਆ ਹੋਇਆ। ਉਹਦੇ ਮਾਂ ਪਿਓ ਦੀ ਬਹੁਤੀ ਇੰਟਰਫੇਅਰੈਂਸ ਤਾਂ ਨਹੀਂ? ਜੇ ਹੈ ਵੀ ਤਾਂ ਕੀ ਉਹਨਾਂ ਦੇ ਬਹੁਤਾ ਪਿੱਛੇ ਤਾਂ ਨਹੀਂ ਲੱਗਦਾ? ਇਹ ਬਿਮਾਰੀ ਤਾਂ ਸਾਡੇ ਦੇਸ਼ ਦੇ ਕੀ ਮੁੰਡਿਆਂ ਤੇ ਕੀ ਕੁੜੀਆਂ ਸਭ 'ਚ ਹੀ ਕੁਛ ਨਾ ਕੁਛ ਹੈ। ਕੁੜੀਆਂ ਦੀਆਂ ਮਾਵਾਂ ਜਾਂ ਵੱਡੀਆਂ ਭੈਣਾਂ ਤੇ ਇਸੇ ਤਰ੍ਹਾਂ ਹੀ ਮੁੰਡੇ ਦੀਆਂ ਮਾਵਾਂ ਤੇ ਭੈਣਾਂ ਇਸ ਬਿਮਾਰੀ ਦਾ ਸ਼ਿਕਾਰ ਹਨ। ਜੇ ਮੁੰਡੇ ਆਪਣੇ ਮਾਂ ਪਿਓ ਦੀਆਂ ਗੱਲਾਂ ਚਾਹੁੰਦੇ ਹਨ ਤਾਂ ਕੁੜੀਆਂ ਵੀ ਇਸ ਪੱਖੋਂ ਘੱਟ ਨਹੀਂ। ਅਸਲ 'ਚ ਸਾਡੇ ਮਾਂ-ਬਾਪ ਇਹ ਸਮਝਣ ਲਈ ਤਿਆਰ ਨਹੀਂ ਹੁੰਦੇ ਕਿ ਮੁੰਡੇ ਤੇ ਕੁੜੀ ਦੇ ਵਿਆਹ ਤੋਂ ਬਾਅਦ ਉਹਨਾਂ ਨੂੰ ਆਪਣੀ ਜ਼ਿੰਦਗੀ ਆਪ ਜਿਉਣ ਦਿਓ। ਤਕਰੀਬਨ ਹਰ ਮੁੰਡੇ ਦੀ ਮਾਂ ਇਹੋ ਚਾਹੁੰਦੀ ਹੈ ਕਿ ਉਹਦਾ ਮੁੰਡਾ ਆਪਣੀ ਵਾਈਫ ਦਾ ਪਿੱਛ ਲੱਗ ਬਣ ਕੇ ਆਪਣੇ ਪੇਰੈਂਟਸ ਨੂੰ ਇਗਨੋਰ ਨਾ ਕਰਨ ਲੱਗ ਪਏ। ਪਰ ਆਪਣੀ ਕੁੜੀ ਲਈ ਉਹਨਾਂ ਦੀ ਸੋਚ ਇਹ ਤੋਂ ਉਲਟ ਹੁੰਦੀ ਹੈ ਕਿ ਸਹੁਰੇ ਘਰ 'ਚ ਉਹਦਾ ਪੂਰਾ ਦਾਬਾ ਹੋਵੇ। ਇਨ ਇੰਡੀਅਨ ਫੈਮਲੀਜ਼ ਯੂ ਕਾਂਟ ਅਵੋਇਡ ਸੱਚ ਥਿੰਗਸ। ਵਾਟ ਅਬਾਊਟ ਅਰਜਨ? ਹੀ ਇਜ਼ ਆਲਸੋ ਐਨ ਓਬੀਡੀਐਂਟ ਸਨ, ਜਾਂ ਕਹਿ ਲੈ ਮਾਂ ਦਾ ਸਰਵਣ ਪੁੱਤਰ। ਸ਼ੈਲੀ ਇਹ ਕਹਿ ਕੇ ਚੁੱਪ ਕਰ ਗਈ ਤੇ ਕੁਝ ਦੇਰ ਬਾਅਦ ਬੋਲੀ, ਕਿ ਉਹ ਇਹ ਤਾਂ ਨਹੀਂ ਚਾਹੁੰਦਾ ਕਿ ਵਾਈਫ ਦੀ ਕਮਾਈ ਵੀ ਉਹਦੇ ਕੰਟਰੋਲ 'ਚ ਹੀ ਹੋਵੇ? ਹੀ ਇਜ਼ ਲਾਈਕ ਦੈਟ ਓਨਲੀ। ਪਰ ਮੈਂ ਸ਼ੁਰੂ 'ਚ ਹੀ ਉਹਨੂੰ ਦੱਸ ਦਿੱਤਾ ਸੀ ਕਿ ਮੇਰੀ ਤਨਖਾਹ ਮੇਰੇ ਕੋਲ ਹੀ ਰਹੇਗੀ। ਘਰ ਦਾ ਖਰਚਾ ਆਪਾਂ ਦੋਹਾਂ ਨੇ ਕਰਨਾ ਹੈ, ਬੱਚਤ ਵੀ ਆਪਣੀ ਸਾਂਝੀ ਹੋਏਗੀ। ਵਾਟ ਵਾਜ਼ ਹਿਜ਼ ਰਿਐਕਸ਼ਨ ਟੂ ਦੈਟ? ਸ਼ੈਲੀ ਨੇ ਪੁੱਛਿਆ। ਪਹਿਲਾਂ ਤਾਂ ਉਹ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ, ਪਰ ਹੌਲੀ ਲਾਈਨ 'ਤੇ ਆ ਗਿਆ। ਉਹਨੇ ਕਦੇ ਤੇਰੇ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਸ਼ੈਲੀ ਨੇ ਕੁਝ ਝਿਜਕਦੇ ਹੋਏ ਪੁੱਛਿਆ। ਸ਼ੈਲੀ, ਤੂੰ ਕੋਈ ਸਾਈਕੋਲੋਜਿਸਟ ਤਾਂ ਨਹੀਂ? ਜੇ ਮੇਰੀ ਇਸ ਗੱਲ ਦਾ ਉੱਤਰ ਨਹੀਂ ਦੇਣਾ ਤਾਂ ਤੇਰੀ ਮਰਜ਼ੀ। ਸ਼ੈਲੀ ਨੇ ਉਹਦੇ ਸਵਾਲ ਨੂੰ ਅਣਗੌਲਿਆਂ ਕਰਦੇ ਕਿਹਾ। ਨਹੀਂ ਸ਼ੈਲੀ, ਅਜਿਹੀ ਕੋਈ ਗੱਲ ਨਹੀਂ। ਪਹਿਲਾਂ ਵੀ ਮੈਂ ਹਰ ਗੱਲ ਦਾ ਸਹੀ ਜਵਾਬ ਦਿੱਤਾ ਹੈ। ਤੇਰੇ ਇਸ ਸਵਾਲ ਦਾ ਜਵਾਬ ਦੇਣ 'ਚ ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ, ਸ਼ੇਫਾਲੀ ਨੇ ਆਪਣੀ ਸਫਾਈ ਦਿੰਦੇ ਕਿਹਾ। ਸ਼ੈਲੀ ਕੁਛ ਨਾ ਬੋਲੀ। ਇੱਕ ਵਾਰ ਗੱਲਾਂ 'ਚ ਸਾਡੀ ਬਹਿਸ ਹੋ ਗਈ। ਇਸ ਬਹਿਸ ਤੋਂ ਕੁਝ ਛਿੱਥਾ ਪੈ ਗਿਆ। ਉਹ ਗੁੱਸੇ 'ਚ ਮੇਰੇ ਵੱਲ ਵਧਿਆ। ਮੈਂ ਉਹਦੇ ਤੇਵਰ ਪਹਿਚਾਣ ਗਈ। ਮੈਂ ਸੋਫੇ ਤੋਂ ਉੱਠਦੇ ਉਹਨੂੰ ਗੁੱਸੇ ਨਾਲ ਕਿਹਾ, ਅਰਜਨ, ਮੇਰੇ ਵੱਲ ਕੁਝ ਸੋਚ ਸਮਝ ਕੇ ਵਧੀ। ਮੈਂ ਤੇਰੀ ਅਜਿਹੀ ਕੋਈ ਹਰਕਤ ਬਰਦਾਸ਼ਤ ਨਹੀਂ ਕਰਾਂਗੀ। ਉਹ ਮੇਰਾ ਗੁੱਸਾ ਦੇਖ ਕੇ ਕੁਝ ਸੰਭਲ ਗਿਆ, ਫਿਰ ਵੀ ਮੈਨੂੰ ਧੱਕਾ ਦੇ ਕੇ ਸੋਫੇ 'ਤੇ ਗੇਰ ਦਿੱਤਾ ਤੇ ਆਪ ਗੁੱਸੇ 'ਚ ਘਰੋਂ ਬਾਹਰ ਚਲਿਆ ਗਿਆ। ਉਸ ਤੋਂ ਬਾਅਦ ਫਿਰ ਕਦੇ ਅਜਿਹੇ ਹਾਲਾਤ ਪੈਦਾ ਹੋਏ ਨਹੀਂ। ਤੇਰੀਆਂ ਇਹਨਾਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਹੈ ਕਿ ਅਰਜਨ ਤੇ ਤੂੰ ਦੋਵੇਂ ਨਾਰਮਲ ਕਪਲ ਹੋ। ਤੂੰ ਅਰਜਨ ਨਾਲ ਆਪਣੀ ਲਾਈਫ ਵਧੀਆ ਬਤੀਤ ਕਰ ਰਹੀ ਸੀ ਤੇ ਅਰਜਨ ਵੀ ਆਮ ਹਿੰਦੁਸਤਾਨੀ ਹਸਬੈਂਡ ਨਾਲੋਂ ਵਾਈਫ ਦੀਆਂ ਜ਼ਿਆਦਾ ਗੱਲਾਂ ਮੰਨਣ ਵਾਲਾ ਸੀ। ਪਰ ਫਿਰ ਤੁਹਾਡੇ 'ਚ ਇੱਕਦਮ ਅਜਿਹੀ ਕਿਹੜੀ ਗੱਲ ਹੋਈ ਕਿ ਤੁਸੀਂ ਅੱਡ ਹੋਣ ਦਾ ਫੈਸਲਾ ਕਰ ਲਿਆ? ਇਹ ਕਹਿੰਦੇ ਉਹਨੇ ਸ਼ੇਫਾਲੀ ਦੇ ਮੂੰਹ ਵੱਲ ਵੇਖਿਆ ਕਿ ਉਹਦੇ ਚਿਹਰੇ 'ਤੇ ਕੋਈ ਖਾਸ ਪ੍ਰਭਾਵ ਪੈਦਾ ਹੋ ਰਿਹਾ ਹੈ ਜਾਂ ਨਹੀਂ। ਸ਼ੇਫਾਲੀ ਨੂੰ ਸ਼ਾਇਦ ਪਹਿਲਾਂ ਤੋਂ ਹੀ ਅਜਿਹੇ ਪ੍ਰਸ਼ਨ ਦੀ ਉਮੀਦ ਸੀ। ਉਹ ਸ਼ੈਲੀ ਦੀ ਉਪਰੋਕਤ ਗੱਲ ਸੁਣ ਕੇ ਬਹੁਤੀ ਹੈਰਾਨ ਨਾ ਹੋਈ, ਪਰ ਇਸ ਗੱਲ ਦਾ ਜਵਾਬ ਉਹਨੇ ਇੱਕੋ ਦਮ ਨਾ ਦਿੱਤਾ। ਉਹ ਕੁਝ ਦੇਰ ਚੁੱਪ ਹੀ ਰਹੀ, ਜਿਵੇਂ ਸੋਚ ਰਹੀ ਹੋਵੇ ਕਿ ਉਹ ਆਪਣੀ ਗੱਲ ਕਿੱਥੋਂ ਸ਼ੁਰੂ ਕਰੇ। ਸ਼ੈਲੀ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹ ਰਹੀ ਸੀ, ਇਸ ਲਈ ਕੁਛ ਨਾ ਬੋਲੀ। ਸਾਡਾ ਵਿਆਹ ਇੰਡੀਆ ਹੀ ਹੋਇਆ ਸੀ, ਦੋਹਾਂ ਦੇ ਪੇਰੈਂਟਸ ਦੀ ਮਰਜ਼ੀ ਨਾਲ। ਵਿਆਹ ਤੋਂ ਪਹਿਲਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ। ਵਿਆਹ ਤੋਂ ਮਹੀਨਾ ਕੁ ਬਾਅਦ ਹੀ ਅਸੀਂ ਆਸਟ੍ਰੇਲੀਆ ਵਾਪਸ ਆ ਗਏ ਤੇ ਹਫ਼ਤੇ ਕੁ ਬਾਅਦ ਹੀ ਆਪਣੇ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ। ਸਾਡੀ ਮੈਰਿਜ ਲਾਈਫ ਦੀ ਸ਼ੁਰੂਆਤ ਬਿਲਕੁਲ ਠੀਕ ਰਹੀ। ਮੈਨੂੰ ਲੱਗਦਾ ਕਿ ਅਰਜੁਨ ਬਹੁਤ ਕੋਆਪਰੇਟਿਵ ਹੈ, ਬਹੁਤੀ ਰੋਕ ਟੋਕ ਕਰਨ ਵਾਲਾ ਨਹੀਂ। ਘਰ ਦੇ ਸਾਰੇ ਕੰਮਾਂ 'ਚ ਵੀ ਮੇਰਾ ਹੱਥ ਵਟਾਉਂਦਾ। ਵੀਕਐਂਡ 'ਤੇ ਅਸੀਂ ਘੁੰਮਣ ਵੀ ਚਲੇ ਜਾਂਦੇ, ਖਾਣਾ ਵੀ ਬਾਹਰ ਖਾਂਦੇ। 6 ਮਹੀਨੇ ਬਾਅਦ ਹੀ ਉਹਨੇ ਆਪਣੇ ਪੇਰੈਂਟਸ ਨੂੰ ਆਸਟ੍ਰੇਲੀਆ ਬੁਲਾਉਣ ਦੀ ਰੱਟ ਲਾਉਣੀ ਸ਼ੁਰੂ ਕਰ ਦਿੱਤੀ। ਮੈਂ ਉਹਨਾਂ ਦੇ ਆਉਣ ਦੇ ਵਿਰੁੱਧ ਨਹੀਂ ਸੀ, ਪਰ ਇਹ ਜ਼ਰੂਰ ਚਾਹੁੰਦੀ ਸੀ ਕਿ ਅਜੇ 5-7 ਮਹੀਨੇ ਹੋਰ ਲੰਘ ਜਾਣ, ਅਸੀਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝ ਲਈਏ।
ਮੈਂ ਸਮਝਦੀ ਹਾਂ ਕਿ ਇਸ ਮਾਮਲੇ 'ਚ ਉਹਨੇ ਆਪਣੀ ਜ਼ਿੱਦ ਪੁਗਾਈ, ਜਾਂ ਕਹਿ ਲਓ ਕਿ ਉਹਦੇ ਪੈਰੈਂਟਸ ਨੇ ਉਹਨੂੰ ਮਜਬੂਰ ਕੀਤਾ। 2 ਕੁ ਮਹੀਨੇ 'ਚ ਉਹਨਾਂ ਦਾ ਵੀਜ਼ਾ ਲੱਗ ਗਿਆ ਤੇ ਉਹ ਸਾਡੇ ਕੋਲ ਪਹੁੰਚ ਵੀ ਗਏ। ਇਹ ਕਹਿੰਦੇ ਸ਼ੈਫਾਲੀ ਚੁੱਪ ਕਰ ਗਈ। ਉਹ ਰਸੋਈ 'ਚ ਗਈ ਤੇ 2 ਗਲਾਸ ਪਾਣੀ ਦੇ ਲੈ ਆਈ। ਪਾਣੀ ਦੇ 2-4 ਘੁੱਟ ਪੀ ਕੇ ਸ਼ੈਫਾਲੀ ਨੇ ਫਿਰ ਕਹਿਣਾ ਸ਼ੁਰੂ ਕੀਤਾ। ਕੁਝ ਦੇਰ ਤੱਕ ਸਭ ਕੁਝ ਠੀਕ ਰਿਹਾ। ਉਹਨਾਂ ਦੇ ਆਉਣ ਨਾਲ ਮੈਨੂੰ ਵੀ ਕਾਫੀ ਆਰਾਮ ਮਿਲ ਗਿਆ। ਰਸੋਈ ਦਾ ਸਾਰਾ ਕੰਮ ਉਹਨਾਂ ਨੇ ਹੀ ਸਾਂਭ ਲਿਆ। ਉਹਨਾਂ ਦੇ ਆਉਣ ਤੋਂ ਬਾਅਦ ਅਸੀਂ ਆਪਣੇ ਫਰੈਂਡ ਸਰਕਲ ਵਿੱਚ ਵੀ ਜ਼ਿਆਦਾ ਆਉਣ ਜਾਣ ਲੱਗੇ। ਅਸੀਂ ਵੀ ਮਹੀਨੇ 'ਚ 1-2 ਵਾਰ ਆਪਣੇ ਘਰ ਕੁਝ ਪਰਿਵਾਰਾਂ ਨੂੰ ਬੁਲਾ ਲੈਂਦੇ। ਅਸਲ 'ਚ ਇੱਥੇ ਹੀ ਗੜਬੜ ਹੋ ਗਈ। ਮੇਰੀ ਸੱਸ ਨੂੰ ਗੱਲਾਂ ਕਰਨ ਦਾ ਕੁਝ ਜ਼ਿਆਦਾ ਹੀ ਚਸਕਾ ਸੀ। ਉਹ ਕਿਸੇ ਦੂਜੇ ਨੂੰ ਤਾਂ ਬੋਲਣ ਹੀ ਨਹੀਂ ਸੀ ਦਿੰਦੀ। ਇੱਕ ਦਿਨ ਮੈਂ ਅਰਜੁਨ ਨੂੰ ਕਿਹਾ ਕਿ ਉਹ ਆਪਣੀ ਮਾਂ ਨੂੰ ਰੋਕੇ ਕਿ ਉਹ ਦੂਜਿਆਂ ਦੀ ਵੀ ਗੱਲ ਸੁਣ ਲਿਆ ਕਰੇ। ਅਰਜੁਨ ਨੇ ਇਸ ਗੱਲ ਦਾ ਗੁੱਸਾ ਕਰ ਲਿਆ। ਉਹਨੇ ਆਪਣੀ ਮਾਂ ਨੂੰ ਵੀ ਇਹੀ ਗੱਲ ਦੱਸ ਦਿੱਤੀ। ਇੱਥੋਂ ਹੀ ਸਾਡਾ ਮਨਮੁਟਾਵ ਸ਼ੁਰੂ ਹੋ ਗਿਆ। ਇਹ ਕਹਿ ਕੇ ਸ਼ੈਫਾਲੀ ਨੇ ਪਾਣੀ ਪੀਤਾ ਤੇ ਫਿਰ ਆਪਣੀ ਗੱਲ ਸ਼ੁਰੂ ਕੀਤੀ। ਮੇਰੀ ਸੱਸ ਨੇ ਹੌਲੀ-ਹੌਲੀ ਰਸੋਈ ਦਾ ਕੰਮ ਮੇਰੇ 'ਤੇ ਹੀ ਪਾ ਦਿੱਤਾ। ਕੰਮ ਦੀ ਮੈਨੂੰ ਕੋਈ ਦਿੱਕਤ ਨਹੀਂ ਸੀ, ਪਰ ਪਹਿਲਾਂ ਅਰਜੁਨ ਕੰਮ 'ਚ ਮੇਰੀ ਮਦਦ ਕਰ ਦਿੰਦਾ ਸੀ। ਹੁਣ ਉਹ ਵਿਹਲਾ ਬੈਠਾ ਰਹਿੰਦਾ ਜਾਂ ਆਪਣੇ ਮਾਂ-ਪਿਓ ਨਾਲ ਗੱਲਾਂ ਕਰੀ ਜਾਂਦਾ। ਇੱਕ ਦਿਨ ਮੈਂ ਅਰਜੁਨ ਨਾਲ ਇਸ ਸੰਬੰਧੀ ਗੱਲ ਵੀ ਕੀਤੀ। ਮੇਰੀ ਗੱਲ ਸੁਣਦੇ ਉੱਚੀ-ਉੱਚੀ ਬੋਲਣ ਲੱਗਿਆ। ਉਹਦੀ ਮਾਂ ਜਦੋਂ ਸਾਡੇ ਝਗੜੇ 'ਚ ਦਖਲ ਦੇਣ ਲੱਗੀ ਤਾਂ ਮੈਂ ਉਹਨੂੰ ਕਹਿ ਦਿੱਤਾ ਕਿ ਉਹ ਸਾਡੀ ਹਸਬੈਂਡ ਵਾਈਫ ਦੀ ਗੱਲ 'ਚ ਦਖਲ ਨਾ ਦੇਣ। ਅਰਜੁਨ ਨੇ ਆਪਣੀ ਮਾਂ ਨੂੰ ਤਾਂ ਕੀ ਰੋਕਣਾ ਸੀ, ਸਗੋਂ ਉਲਟਾ ਮੈਨੂੰ ਹੀ ਅੱਖਾਂ ਦਿਖਾਉਣ ਲੱਗਿਆ ਕਿ ਉਹਦੀ ਮਾਂ ਨਾਲ ਇਸ ਟੋਨ 'ਚ ਗੱਲ ਨਾ ਕਰਾਂ। ਇਸ ਤਰ੍ਹਾਂ ਛੋਟੀ ਜਿਹੀ ਗੱਲ ਦਾ ਵਾਧਾ ਵੱਧ ਗਿਆ। ਉਸ ਤੋਂ ਬਾਅਦ ਅਰਜੁਨ ਤੇ ਉਹਦੀ ਮਾਂ ਮੇਰੇ ਨਾਲ ਲੜਨ ਦਾ ਬਹਾਨਾ ਲੱਭਦੇ ਰਹਿੰਦੇ ਤੇ ਸਾਡੇ ਘਰ ਕਲੇਸ਼ ਹੀ ਪਿਆ ਰਹਿੰਦਾ। ਇਹ ਕਹਿ ਕੇ ਸ਼ੈਫਾਲੀ ਚੁੱਪ ਕਰ ਗਈ। ਬੋਲਦੇ-ਬੋਲਦੇ ਉਹਨੂੰ ਸਾਹ ਚੜ੍ਹ ਗਿਆ ਸੀ। ਉਹ ਆਪਣੇ ਦੋਵੇਂ ਹੱਥਾਂ ਦੀਆਂ ਮੁੱਠੀਆਂ ਵੀ ਜ਼ੋਰ ਦੀ ਬੰਦ ਕਰ ਰਹੀ ਸੀ। ਉਹਦੀਆਂ ਅੱਖਾਂ 'ਚ ਗੁੱਸਾ ਸੀ ਤੇ ਅੱਖਾਂ ਦੇ ਕੋਏ ਵੀ ਗਿੱਲੇ ਸਨ। ਉਹਦੇ ਚਿਹਰੇ ਦੇ ਹਾਵ-ਭਾਵ ਤੋਂ ਸ਼ੈਲੀ ਨੂੰ ਲੱਗਿਆ ਜਿਵੇਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਉਹਦੇ ਦਿਮਾਗ 'ਚ ਵੀ ਕੋਈ ਉਥਲ-ਪੁਥਲ ਹੋ ਰਹੀ ਹੋਵੇ। ਅਗਲੀ ਗੱਲ ਸ਼ੁਰੂ ਕਰਨ ਲਈ ਸ਼ਾਇਦ ਉਹਦਾ ਹੌਸਲਾ ਨਹੀਂ ਪੈ ਰਿਹਾ ਸੀ। ਉਹਦਾ ਮਨ ਵੀ ਬਹੁਤ ਭਰ ਗਿਆ ਸੀ। ਸ਼ੈਲੀ ਨੇ ਉਹਦੇ ਦੋਵੇਂ ਹੱਥਾਂ ਨੂੰ ਆਪਣੇ ਹੱਥਾਂ 'ਚ ਘੁੱਟਦੇ ਹੋਏ ਕਿਹਾ, ਰਿਲੈਕਸ ਸ਼ੈਫਾਲੀ, ਜਸਟ ਰਿਲੈਕਸ। ਮੈਨੂੰ ਅਫਸੋਸ ਹੈ ਕਿ ਮੈਂ ਤੇਰੇ ਪੁਰਾਣੇ ਜ਼ਖਮਾਂ ਨੂੰ ਕੁਰੇਦਿਆ, ਪਰ ਮੈਨੂੰ ਯਕੀਨ ਹੈ ਕਿ ਮੇਰੇ ਨਾਲ ਆਪਣੀ ਜ਼ਿੰਦਗੀ ਦੀਆਂ ਪੁਰਾਣੀਆਂ ਗੱਲਾਂ ਸਾਂਝੀਆਂ ਕਰਕੇ ਤੂੰ ਕੁਝ ਹਲਕੀ ਹੋ ਜਾਏਂਗੀ। ਸ਼ੈਲੀ ਦੀ ਇਹ ਗੱਲ ਸੁਣਦੇ ਹੀ ਸ਼ੈਫਾਲੀ ਫਿੱਸ ਪਈ। ਹੰਝੂ ਆਪ ਮੁਹਾਰੇ ਉਹਦੀਆਂ ਅੱਖਾਂ 'ਚੋਂ ਨਿਕਲਣ ਲੱਗੇ। ਗੁੱਸੇ 'ਚ ਉਹਦੇ ਬੁੱਲ੍ਹ ਫਰਕ ਰਹੇ ਸੀ, ਪਰ ਆਵਾਜ਼ ਨਹੀਂ ਸੀ ਨਿਕਲ ਰਹੀ। ਸ਼ੈਲੀ ਨੇ ਉਹਨੂੰ ਆਪਣੇ ਕਲਾਵੇ 'ਚ ਲੈ ਲਿਆ। ਸ਼ੈਲੀ ਦੀ ਅਜਿਹੀ ਅਪਣੱਤ ਨੇ ਸ਼ੈਫਾਲੀ ਦਾ ਰੋਣਾ ਹੋਰ ਤੇਜ਼ ਕਰ ਦਿੱਤਾ। ਉਹਦਾ ਰੋਣਾ ਹਟਕੋਰਿਆਂ 'ਚ ਬਦਲ ਗਿਆ। ਸ਼ੈਲੀ ਆਪਣੇ ਇੱਕ ਹੱਥ ਨਾਲ ਉਹਦੀ ਪਿੱਠ ਥਾਪੜਨ ਲੱਗੀ, ਪਰ ਚੁੱਪ ਕਰਵਾਉਣ ਦੀ ਕੋਸ਼ਿਸ਼ ਨਾ ਕੀਤੀ। ਉਹਨੂੰ ਪਤਾ ਸੀ ਕਿ ਖੁੱਲ੍ਹ ਕੇ ਰੋ ਲੈਣ ਬਾਅਦ ਉਹਦਾ ਮਨ ਹਲਕਾ ਹੋ ਜਾਏਗਾ। ਉਹ ਸ਼ੈਫਾਲੀ ਦੀ ਪਿੱਠ ਥਾਪੜਦੀ ਰਹੀ, ਮੂੰਹੋਂ ਕੁਛ ਨਾ ਬੋਲੀ। ਉਹਨੂੰ ਪਤਾ ਸੀ ਕਿ ਅਜਿਹੇ ਹਾਲਾਤ ਵਿੱਚ ਸ਼ੈਫਾਲੀ ਨੂੰ ਉਹਦੀ ਕੋਈ ਗੱਲ ਸੁਣਾਈ ਨਹੀਂ ਦੇਣੀ। ਜੇ ਸੁਣ ਵੀ ਲਈ ਤਾਂ ਸਮਝ ਨਹੀਂ ਪੈਣੀ ਤੇ ਕੋਈ ਅਸਰ ਵੀ ਨਹੀਂ ਹੋਣਾ। ਇਸ ਲਈ ਚੰਗਾ ਇਹੋ ਹੈ ਕਿ ਉਹ ਆਪਣੇ ਮਨ ਦਾ ਭਾਰ ਹੰਝੂਆਂ ਰਾਹੀਂ ਹਲਕਾ ਕਰ ਲਏ। ਸ਼ੈਲੀ ਨੇ ਉਹਦਾ ਸਿਰ ਆਪਣੀ ਗੋਦੀ 'ਚ ਰੱਖ ਲਿਆ। ਸ਼ੈਫਾਲੀ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ 'ਚ ਪਈ ਹੋਵੇ। ਆਪਣੀ ਮਾਂ ਨੂੰ ਯਾਦ ਕਰਕੇ ਉਹਦਾ ਰੋਣਾ ਹੋਰ ਤੇਜ਼ ਹੋ ਗਿਆ। ਕੁਝ ਦੇਰ ਬਾਅਦ ਸ਼ੈਫਾਲੀ ਨੇ ਆਪਣਾ ਸਿਰ ਸ਼ੈਲੀ ਦੀ ਗੋਦੀ 'ਚੋਂ ਚੁੱਕ ਲਿਆ ਤੇ ਬੈਠਣ ਲੱਗੀ। ਸ਼ੈਲੀ ਨੇ ਫਿਰ ਉਹਦਾ ਸਿਰ ਆਪਣੀ ਗੋਦੀ 'ਚ ਰੱਖਦੇ ਕਿਹਾ, ਦਿਲ ਦਾ ਭਾਰ ਕੁਝ ਹੋਰ ਹਲਕਾ ਕਰ ਲੈ। ਕੁਝ ਦੇਰ ਬਾਅਦ ਸ਼ੈਲੀ ਨੇ ਮੇਜ਼ 'ਤੇ ਪਿਆ ਪਾਣੀ ਦਾ ਗਲਾਸ ਚੁੱਕ ਕੇ ਉਹਦੇ ਮੂੰਹ ਨੂੰ ਲਾ ਦਿੱਤਾ। ਸ਼ੈਫਾਲੀ ਨੇ ਪਾਣੀ ਦੀਆਂ 2 ਕੁ ਘੁੱਟਾਂ ਪੀ ਕੇ ਹੀ ਗਲਾਸ ਮੇਜ਼ 'ਤੇ ਰੱਖ ਦਿੱਤਾ ਤੇ ਬੈਠਦੀ ਹੋਈ ਨੇ ਸ਼ੈਲੀ ਦਾ ਹੱਥ ਆਪਣੇ ਹੱਥ 'ਚ ਲੈਂਦੇ ਹੋਏ ਕਿਹਾ, ਸੌਰੀ ਸ਼ੈਲੀ, ਮੈਂ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕੀ। ਤੇਰਾ ਮੂਡ ਵੀ ਖਰਾਬ ਕੀਤਾ। ਮੇਰੀ ਫਿਕਰ ਨਾ ਕਰ, ਤੂੰ ਰਿਲੈਕਸ ਹੋ ਜਾ। ਇਸ ਤੋਂ ਬਾਅਦ ਕੁਝ ਦੇਰ ਦੋਵਾਂ 'ਚੋਂ ਕੋਈ ਨਾ ਬੋਲਿਆ। ਸ਼ੈਫਾਲੀ ਨੇ ਦੁਬਾਰਾ ਗੱਲ ਸ਼ੁਰੂ ਕਰਦੇ ਦੱਸਿਆ, ਇੱਕ ਵਾਰ ਅਰਜੁਨ ਨੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਅਰਜੁਨ ਨੂੰ ਖਬਰਦਾਰ ਕਰਦੇ ਹੋਏ ਧਮਕੀ ਦੇ ਦਿੱਤੀ ਕਿ ਉਹ ਪੁਲਿਸ ਨੂੰ ਬੁਲਾ ਲਏਗੀ। ਵਾਟ ਵਾਜ਼ ਹਿਜ਼ ਰਿਐਕਸ਼ਨ? ਉਹ ਰੁਕ ਤਾਂ ਗਿਆ, ਪਰ ਉਸ ਤੋਂ ਬਾਅਦ ਹੋਰ ਵੀ ਵਟਿਆ ਰਹਿਣ ਲੱਗਿਆ। ਇੱਕ ਦਿਨ ਬੋਲ ਬੁਲਾਰੇ ਤੋਂ ਬਾਅਦ ਮੈਂ ਸਾਫ਼-ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਕਿ ਇਸ ਘਰ 'ਚ ਉਹ ਰਹੇਗੀ ਜਾਂ ਉਹਦੇ ਪੈਰੈਂਟਸ। ਉਹਦੇ ਮਾਂ-ਪਿਓ ਦੇ ਵੀਜ਼ੇ ਦਾ ਟਾਈਮ ਵੀ ਖਤਮ ਹੋਣ ਵਾਲਾ ਸੀ, ਇਸ ਲਈ ਉਹਨਾਂ ਨੂੰ ਵਾਪਸ ਜਾਣਾ ਹੀ ਪਿਆ। ਤੇ ਜਦੋਂ ਸਾਡੀ ਫੈਮਿਲੀ ਫਰੈਂਡਸ ਨੂੰ ਸਾਡੇ ਝਗੜੇ ਦਾ ਪਤਾ ਲੱਗਿਆ, ਉਹਨਾਂ ਨੇ ਸਾਨੂੰ ਦੋਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਕੀ ਕਦੇ ਤੈਨੂੰ ਇਹ ਤਾਂ ਨਹੀਂ ਲੱਗਿਆ ਕਿ ਉਹਦੀ ਜ਼ਿੰਦਗੀ 'ਚ ਕੋਈ ਹੋਰ ਲੇਡੀ ਤਾਂ ਨਹੀਂ ਸੀ ਆ ਗਈ? ਮੈਂ ਇਸ ਐਂਗਲ ਤੋਂ ਕਦੇ ਸੋਚਿਆ ਹੀ ਨਹੀਂ ਸੀ।
ਸਾਰਾ ਦਿਨ ਆਪਣੇ 'ਚ ਹੀ ਕੁੜਦੀ ਰਹਿੰਦੀ। ਦਫ਼ਤਰ ਵਿੱਚ ਵੀ ਕੰਮ ਕਰਨ ਨੂੰ ਦਿਲ ਨਾ ਕਰਦਾ। ਕਈ ਵਾਰ ਸੋਚਦੀ ਕਿ ਅਜਿਹੀ ਜ਼ਿੰਦਗੀ ਨਾਲੋਂ ਤਾਂ ਮਰ ਹੀ ਜਾਵਾਂ। ਇੰਨਾ ਕਹਿ ਕੇ ਉਹ ਦੁਬਾਰਾ ਰੋਣ ਲੱਗ ਪਈ। ਕਿ ਤੁਸੀਂ ਕਿਸੇ ਮੈਰਿਜ ਕਾਉਂਸਲਰ ਕੋਲ ਨਹੀਂ ਗਏ? ਸਾਡੇ ਇੱਕ ਫੈਮਿਲੀ ਫਰੈਂਡ ਨੇ ਇਸ ਬਾਰੇ ਸਾਨੂੰ ਦੋਹਾਂ ਨੂੰ ਕਿਹਾ ਵੀ, ਪਰ ਅਰਜੁਨ ਨਹੀਂ ਮੰਨਿਆ। ਤੇਰਾ ਸਿਡਨੀ ਸ਼ਿਫਟ ਕਰਨ ਦਾ ਪ੍ਰੋਗਰਾਮ ਕਿਵੇਂ ਬਣਿਆ? ਘਰ ਦੇ ਉਸ ਮਾਹੌਲ ਤੋਂ ਮੇਰਾ ਦਿਲ ਘਬਰਾਉਣ ਲੱਗ ਪਿਆ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਫੈਮਿਲੀ ਡਾਕਟਰ ਨਾਲ ਸਲਾਹ ਕੀਤੀ। ਉਹ ਕਹਿੰਦੀ, ਜੇ ਥੋੜ੍ਹੀ ਦੇਰ ਲਈ ਇਸ ਮਾਹੌਲ ਤੋਂ ਦੂਰ ਚਲੀ ਜਾਏ ਤਾਂ ਤੁਹਾਡੇ ਦੋਹਾਂ ਲਈ ਠੀਕ ਰਹੇਗਾ। ਬਾਈ ਚਾਂਸ ਸਾਡੀ ਕੰਪਨੀ ਨੇ ਮੈਨੂੰ ਸਿਡਨੀ ਸ਼ਿਫਟ ਕਰ ਦਿੱਤਾ। ਕੀ ਉਹਨੇ ਤੈਨੂੰ ਰੋਕਿਆ ਨਹੀਂ? ਨਹੀਂ, ਉਹਨੇ ਤਾਂ ਇਹ ਕਿਹਾ ਕਿ ਜਾ ਜਿੱਥੇ ਜਾਣਾ ਹੈ। ਤੂੰ ਆਉਂਦੀ ਹੋਈ ਘਰੋਂ ਕੀ ਕੁਝ ਲੈ ਕੇ ਆਈ? ਸਿਰਫ ਆਪਣੀਆਂ ਪਰਸਨਲ ਚੀਜ਼ਾਂ। ਤੇਰੇ ਆਉਣ ਤੋਂ ਬਾਅਦ ਉਹਦਾ ਕੋਈ ਫੋਨ ਆਇਆ? ਇੱਕ ਵਾਰ ਮੈਂ ਉਹਦੇ ਬਰਥਡੇ 'ਤੇ ਉਹਨੂੰ ਫੋਨ ਕੀਤਾ ਅਤੇ ਇੱਕ ਵਾਰ ਉਹਨੇ ਮੇਰੇ ਜਨਮ ਦਿਨ 'ਤੇ। ਹੋਰ ਕੋਈ ਖਾਸ ਗੱਲ? 3 ਮਹੀਨੇ ਪਹਿਲਾਂ ਉਹਨੇ ਤਲਾਕ ਦਾ ਕੇਸ ਕਰ ਦਿੱਤਾ। ਤੂੰ ਇਸ ਬਾਰੇ ਉਸ ਨਾਲ ਗੱਲ ਕੀਤੀ? ਸ਼ੈਲੀ ਨੇ ਪੁੱਛਿਆ। ਹਾਂ, ਮੈਂ ਉਹਨੂੰ ਫੋਨ ਕਰਕੇ ਕਿਹਾ ਕਿ ਕੀ ਉਹ ਜਲਦਬਾਜ਼ੀ ਤਾਂ ਨਹੀਂ ਕਰ ਰਿਹਾ। ਉਹਨੇ ਕੀ ਜਵਾਬ ਦਿੱਤਾ? ਉਹ ਕਹਿੰਦਾ, ਹੁਣ ਆਪਣੇ 'ਚ ਜਦ ਕੋਈ ਸਾਂਝ ਹੀ ਨਹੀਂ ਤਾਂ ਇੱਕ ਦੂਜੇ ਨਾਲ ਬੰਨੇ ਰਹਿਣ ਦਾ ਕੀ ਫਾਇਦਾ? ਕੀ ਤੈਨੂੰ ਲੇਟੈਸਟ ਡਿਵੈਲਪਮੈਂਟ ਦਾ ਪਤਾ ਹੈ? ਸ਼ੇਫਾਲੀ ਨੇ ਸੁਣ ਕੇ ਸ਼ੈਲੀ ਵੱਲ ਹੈਰਾਨੀ ਨਾਲ ਵੇਖਿਆ ਤੇ ਕਾਹਲੀ ਨਾਲ ਪੁੱਛਿਆ, ਕੀ? ਕਰੋਨਾ ਕਰਕੇ ਉਹਦੇ ਪੈਰੈਂਟਸ ਦੀ ਡੈਥ ਹੋ ਚੁੱਕੀ ਹੈ। ਪਹਿਲਾਂ ਉਹਦੀ ਮਦਰ ਕਰੋਨਾ ਦੀ ਸ਼ਿਕਾਰ ਹੋਈ ਤੇ ਮਹੀਨੇ ਕੁ ਬਾਅਦ ਫਾਦਰ। ਫਲਾਈਟਸ ਬੰਦ ਹੋਣ ਕਰਕੇ ਉਹ ਜਾ ਵੀ ਨਹੀਂ ਸਕਿਆ। ਓ ਸੌਰੀ ਟੂ ਲਰਨ ਅਬਾਊਟ ਦਿਸ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਉਹਨੂੰ ਫੋਨ ਹੀ ਕਰ ਦਿੰਦੀ। ਜਦੋਂ ਤੇਰਾ ਉਸ ਨਾਲ ਕੋਈ ਸਬੰਧ ਹੀ ਨਹੀਂ ਰਿਹਾ ਤੇ ਉਹਦੇ ਪੈਰੈਂਟਸ ਕਰਕੇ ਹੀ ਤੁਹਾਡੀ ਅਣਬਣ ਹੋਈ, ਤੈਨੂੰ ਉਸ ਨਾਲ ਕੀ ਹਮਦਰਦੀ ਹੋ ਸਕਦੀ ਹੈ? ਸ਼ੇਫਾਲੀ ਨੇ ਉਸ ਵੱਲ ਗੁੱਸੇ ਨਾਲ ਦੇਖਦੇ ਕਿਹਾ, ਸ਼ੈਲੀ, ਕਿਸੇ ਦੀ ਮੌਤ 'ਤੇ ਸਾਨੂੰ ਕਦੇ ਵੀ ਖੁਸ਼ ਨਹੀਂ ਹੋਣਾ ਚਾਹੀਦਾ। ਮੇਰੇ ਨਹੀਂ ਤਾਂ ਉਹਦੇ ਮਾਂ-ਪਿਓ ਤਾਂ ਸੀ। ਕੁਝ ਸਮਾਂ ਤਾਂ ਮੇਰਾ ਉਹਨਾਂ ਨਾਲ ਵੀ ਵਧੀਆ ਹੀ ਲੰਘਿਆ ਸੀ। ਇਹ ਸੁਣ ਕੇ ਸ਼ੈਲੀ ਚੁੱਪ ਕਰ ਗਈ। ਥੋੜ੍ਹੀ ਦੇਰ ਬਾਅਦ ਕਹਿਣ ਲੱਗੀ, ਸ਼ੇਫਾਲੀ, ਗੁੱਸਾ ਨਾ ਕਰੀ। ਗੱਲ ਕੀ? ਪਹਿਲਾਂ ਮੈਂ ਤੇਰੇ ਨਾਲ ਝੂਠ ਬੋਲਿਆ ਸੀ ਕਿ ਮੇਰੀ ਅਰਜੁਨ ਨਾਲ ਗੱਲ ਚੱਲ ਰਹੀ ਹੈ। ਇਹ ਝੂਠ ਬੋਲਣਾ ਮੇਰੀ ਮਜਬੂਰੀ ਸੀ। ਅਸਲ 'ਚ ਮੈਂ ਮੈਰਿਜ ਕਾਉਂਸਲਰ ਹਾਂ। ਇਹ ਸੁਣਦੇ ਹੀ ਸ਼ੇਫਾਲੀ ਦੇ ਚਿਹਰੇ 'ਤੇ ਗੁੱਸੇ ਤੇ ਹੈਰਾਨੀ ਦੇ ਰਲਵੇਂ ਜਿਹੇ ਪ੍ਰਭਾਵ ਪੈਦਾ ਹੋਏ। ਉਹ ਕੁਝ ਬੋਲਣ ਹੀ ਲੱਗੀ ਸੀ ਕਿ ਸ਼ੈਲੀ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਤੇ ਆਪਣੀ ਗੱਲ ਪੂਰੀ ਕਰਨ ਲੱਗੀ। ਪਹਿਲਾਂ ਮੇਰੀ ਗੱਲ ਸੁਣ ਲੈ। ਕੁਝ ਦਿਨ ਪਹਿਲਾਂ ਤੁਹਾਡਾ ਕੋਈ ਫੈਮਿਲੀ ਫਰੈਂਡ ਅਰਜੁਨ ਨੂੰ ਮੇਰੇ ਕੋਲ ਲੈ ਕੇ ਆਇਆ। ਅਰਜੁਨ ਨੇ ਮੈਨੂੰ ਸਾਰੀ ਕਹਾਣੀ ਦੱਸੀ। ਮੈਂ ਅਰਜੁਨ ਨਾਲ 2 ਸੈਸ਼ਨ ਲਾ ਚੁੱਕੀ ਹਾਂ। ਜਦੋਂ ਤੱਕ ਤੇਰੀ ਗੱਲ ਨਾ ਸੁਣਦੀ ਮੈਂ ਕੁਝ ਨਹੀਂ ਸੀ ਕਰ ਸਕਦੀ। ਬਾਈ ਚਾਂਸ ਮੇਰਾ ਸਿਡਨੀ ਆਉਣ ਦਾ ਪ੍ਰੋਗਰਾਮ ਬਣ ਗਿਆ। ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਸੀ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਰਜੁਨ ਤੇ ਤੂੰ ਦੋਵਾਂ ਨੇ ਤਕਰੀਬਨ ਇੱਕੋ ਕਹਾਣੀ ਸੁਣਾਈ ਹੈ। ਜਿੱਥੋਂ ਤੱਕ ਬਤੌਰ ਇੱਕ ਮੈਰਿਜ ਕਾਉਂਸਲਰ ਮੇਰਾ ਤਜਰਬਾ ਹੈ, ਤੁਹਾਡਾ ਕੇਸ ਕੋਈ ਬਹੁਤਾ ਕੰਪਲੀਕੇਟਿਡ ਨਹੀਂ। ਮੈਂ ਨੈਕਸਟ ਵੀਕ ਫਿਰ ਸਿਡਨੀ ਆ ਰਹੀ ਹਾਂ। ਜੇ ਤੇਰੀ ਇੱਛਾ ਹੋਵੇ ਤਾਂ ਮੈਂ ਤੇਰੇ ਨਾਲ ਇੱਕ ਸੈਸ਼ਨ ਹੋਰ ਲਾ ਸਕਦੀ ਹਾਂ। ਤੇਰੀ ਸਾਰੀ ਗੱਲ ਤਾਂ ਮੈਂ ਸੁਣੀ ਲਈ ਹੈ। ਤੈਨੂੰ ਕੁਝ ਕਾਉਂਸਲਿੰਗ ਦੀ ਜ਼ਰੂਰਤ ਹੈ। ਉਸ ਤੋਂ ਬਾਅਦ 1 ਜਾਂ 2 ਸੈਸ਼ਨ ਤੁਹਾਡੇ ਦੋਵਾਂ ਦੇ ਇਕੱਠੇ ਹੋਣਗੇ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਦੋਵੇਂ ਇਸ ਹਸਬੈਂਡ ਐਂਡ ਵਾਈਫ ਨੋਰਮਲ ਲਾਈਫ ਬਿਤਾ ਸਕਦੇ ਹੋ। ਇੰਨਾ ਕਹਿੰਦੀ ਹੋਏ ਉਹਨੇ ਆਪਣੇ ਪਰਸ 'ਚੋਂ ਆਪਣਾ ਵਿਜ਼ਿਟਿੰਗ ਕਾਰਡ ਕੱਢ ਕੇ ਸ਼ੇਫਾਲੀ ਨੂੰ ਫੜਾਉਂਦੇ ਕਿਹਾ, ਜੇ ਤੂੰ ਗੱਲ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ 1-2 ਦਿਨ ਤੱਕ ਮੈਨੂੰ ਫੋਨ ਕਰ ਦੇ। ਇੰਨਾ ਕਹਿੰਦੇ ਹੋਏ ਉਹਨੇ ਸ਼ੇਫਾਲੀ ਨੂੰ ਆਪਣੇ ਕਲਾਵੇ 'ਚ ਲੈਂਦੇ ਕਿਹਾ, ਮੇਰੀ ਫਲਾਈਟ ਦਾ ਟਾਈਮ ਹੋ ਰਿਹਾ। ਤੈਨੂੰ ਮਿਲ ਕੇ ਚੰਗਾ ਲੱਗਿਆ। ਆਲ ਦ ਬੈਸਟ। ਇੰਨਾ ਕਹਿੰਦੇ ਹੋਏ ਉਹ ਬਾਹਰ ਦੇ ਦਰਵਾਜ਼ੇ ਵੱਲ ਤੁਰ ਪਈ। ਸ਼ੇਫਾਲੀ ਸ਼ਿਸ਼ਟਾਚਾਰ ਦੇ ਨਾਤੇ ਉਹਨੂੰ ਬਾਹਰ ਤੱਕ ਛੱਡਣ ਗਈ। ਉਹਦੇ ਜਾਣ ਤੋਂ ਬਾਅਦ ਉਹ ਸ਼ੈਲੀ ਦੇ ਵਿਜ਼ਿਟਿੰਗ ਕਾਰਡ ਨੂੰ ਇੱਕ ਟਿਕ ਲਾ ਕੇ ਵੇਖਦੀ ਰਹੀ। ਉਹਦੀਆਂ ਅੱਖਾਂ ਇੱਕ ਵਾਰ ਫੇਰ ਕੁਝ ਗਿੱਲੀਆਂ ਹੋ ਗਈਆਂ। ਧੰਨਵਾਦ।